ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ। ਰੋਜ਼ਮਰਾ ਦੀ ਤਰ੍ਹਾਂ ਤੁਸੀਂ ਸਾਨੂੰ ਆਪਣੇ ਸਾਹ ਦੇ ਕੇ, ਆਪਣਾ ਜੀਵਨ ਦੇ ਕੇ ਸਾਨੂੰ ਆਪਣੀ ਮਹਿਮਾ ਦੇ ਲਈ ਪਰਮੇਸ਼ਰ ਦਾ ਜੈਵੰਤ ਕਰਦੇ ਹੋ ਕਿ ਅਸੀਂ ਤੇਰੇ ਵਿੱਚ ਜੈਵੰਤ ਹੋ ਕੇ ਤੇਰੇ ਨਾਮ ਦੀ ਮਹਿਮਾ ਕਰਦੇ ਹੋਏ ਤੇਰੇ ਰਾਜ ਵਿੱਚ ਪਾਏ ਜਾਈਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਅਜਿਹਾ ਹੋਣ ਦੇ ਲਈ ਤੁਸੀਂ ਸਾਡੀ ਮਦਦ ਕਰਦੇ ਹੋ, ਇਸ ਦੇ ਲਈ ਅਸੀਂ ਤੇਰਾ ਧੰਨਵਾਦ। ਔਰ ਰੋਜ਼ ਦੀ ਤਰ੍ਹਾਂ ਤੁਸੀਂ ਸਾਨੂੰ ਆਪਣਾ ਜੈਵੰਤ ਮੰਨਾ ਦੇ ਕੇ ਸਾਡੀ ਆਤਮਾ ਨੂੰ ਤ੍ਰਿਪਤ ਕਰਦੇ ਹੋ ਕਿ ਅਸੀਂ ਤੇਰੇ ਸਵਰਗ ਰਾਜ ਲਈ ਅੱਗੇ ਵਧੀਏ। ਅੱਜ ਦੇ ਲਈ ਜੋ ਆਪਨੇ ਵਚਨ ਦਿੱਤਾ ਹੈ ਉਸ ਦੇ ਲਈ ਧੰਨਵਾਦ। ਇਸ ਵਚਨ ਨੂੰ ਸਾਨੂੰ ਸਿੱਖਣ ਅਤੇ ਸਮਝਣ ਅਤੇ ਉਸ ਦੇ ਅਨੁਸਾਰ ਚੱਲਣ ਦੇ ਲਈ ਮਦਦ ਕਰਨਾ, ਸਭ ਕੁਝ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਫਿਲਿੱਪੀਆਂ ਦੀ ਪੁਸਤਕ ਉਸ ਦਾ 4 ਅਧਿਆਇ ਉਸ ਦੀ 2 ਆਇਤ ਦੇ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਮੈਂ ਯਹੂਦੀਆਂ ਦੇ ਅੱਗੇ ਬੇਨਤੀ ਕਰਦਾ ਹਾਂ ਅਤੇ ਸੰਤੋਖੇ ਦੇ ਅੱਗੇ ਵੀ ਬੇਨਤੀ ਕਰਦਾ ਹਾਂ, ਭਾਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ। ਪ੍ਰਭੂ ਵਿੱਚ ਇੱਕ ਮਨ ਹੋਣ। ਮੇਰਾ ਜੋ ਵਿਸ਼ਾ ਹੈ ਉਹ ਅੱਜ ਇਹ ਹੈ ਕਿ ਪ੍ਰਭੂ ਵਿੱਚ ਇੱਕ ਮਨ ਹੋਣਾ। ਇਹ ਬੜੀ ਦਿਲਚਸਪ ਗੱਲ ਹੈ ਔਰ ਬਹੁਤ ਸਾਰੀਆਂ ਮੰਡਲੀਆਂ ਦੇ ਵਿੱਚ ਇਸ ਗੱਲ ਦੀ ਕਮੀ ਪਾਈ ਜਾਂਦੀ ਹੈ। ਮੰਡਲੀਆਂ ਦੇ ਵਿੱਚ ਹੀ ਨਹੀਂ ਬਲਕਿ ਕਈ ਪਰਿਵਾਰਾਂ ਦੇ ਵਿੱਚ, ਕਈ ਜਗ੍ਹਾ ਦੇ ਉੱਤੇ ਪ੍ਰਭੂ ਅਤੇ ਮਨੁੱਖ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਸਾਰੀ ਕਮੀ ਅਤੇ ਘਟੀ ਪਾਈ ਜਾਂਦੀ ਹੈ। ਮੈਂ ਜਦੋਂ ਇਸ ਗੱਲ ਦੇ ਉੱਤੇ ਧਿਆਨ ਕਰ ਰਿਹਾ ਸੀ, ਕਿਉਂਕਿ ਮੇਰੇ ਸਾਹਮਣੇ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਜਿਨ੍ਹਾਂ ਦੇ ਕਰਕੇ ਮੈਨੂੰ ਪ੍ਰਭੂ ਨੇ ਇਹ ਵਚਨ ਨੂੰ ਆਪ ਦੇ ਨਾਲ ਵੰਡਣ ਦੇ ਲਈ ਪ੍ਰੇਰਿਤ ਕੀਤਾ। ਕੁਝ ਗੱਲਾਂ ਮੈਂ ਇੱਥੇ ਨੋਟ ਕੀਤੀਆਂ ਨੇ, ਮੈਂ ਉਹਨਾਂ ਨੂੰ ਆਪ ਦੇ ਨਾਲ ਇੱਕ ਸੀਰੀਅਲ ਦੇ ਨਾਲ ਦੱਸਾਂਗਾ, ਜਿਸ ਦੇ ਨਾਲ ਅਸੀਂ ਉਸ ਸੱਚਾਈ ਦੇ ਵਿੱਚ ਚੱਲਦਿਆਂ ਹੋਇਆਂ ਪ੍ਰਭੂ ਦੇ ਵਿੱਚ ਇੱਕ ਮਨ ਹੋ ਕੇ ਉਸ ਦੇ ਕੋਲੋਂ ਆਸ਼ੀਸ਼ ਪ੍ਰਾਪਤ ਕਰ ਸਕੀਏ, ਉਸ ਦੇ ਕੋਲੋਂ ਉਸ ਦੀ ਇੱਛਾ ਨੂੰ ਜਾਣ ਸਕੀਏ, ਉਸ ਦੇ ਕੋਲੋਂ ਅਸੀਂ ਉਸ ਦੇ ਭੇਤਾਂ ਨੂੰ ਸਮਝ ਸਕੀਏ। ਇਹ ਤਦੇ ਹੋਵੇਗਾ ਜਦ ਮੈਂ ਅਤੇ ਪ੍ਰਭੂ ਅਤੇ ਸੰਗਤ ਅਤੇ ਪਰਿਵਾਰ ਇੱਕ ਮਨ ਇੱਕ ਚਿੱਤ ਹੋਣਗੇ। ਤਦ ਫਿਲਿੱਪੀਆਂ ਦੀ ਪੁਸਤਕ ਦੇ ਵਿੱਚ ਪੌਲਸ ਨੇ ਇਹ 2 ਵਾਰ ਇਸਤੇਮਾਲ ਕੀਤਾ ਹੈ ਸ਼ਬਦ, ਔਰ ਬਾਈਬਲ ਦੇ ਵਿੱਚ ਕਈ ਵਾਰ ਇਸ ਨੂੰ ਮੈਂ ਕਈ ਜਗ੍ਹਾ ਦੇ ਉੱਤੇ ਇਸ ਦਾ ਮਨਨ ਕੀਤਾ ਹੈ ਜਿੱਥੇ ਵਾਰ-ਵਾਰ ਪੌਲਸ ਰਸੂਲ ਪਵਿੱਤਰ ਆਤਮਾ ਦੇ ਰਾਹੀਂ ਰਸੂਲਾਂ ਦੇ ਵਿੱਚ ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਆਪਸ ਵਿੱਚ ਇੱਕ ਮਨ ਹੋਵੋ, ਆਪਸ ਵਿੱਚ ਇੱਕ ਮਨ ਹੋਵੋ। ਦਿਲ ਅਤੇ ਪ੍ਰਭੂ ਯਿਸੂ ਦੀ ਗਵਾਹੀ ਦੇ ਲਈ ਕੋਈ ਹੋਰ ਚੀਜ਼ ਇੰਨੀ ਦੁਖਦਾਈ ਨਹੀਂ ਜਿੰਨੀ ਪਰਮੇਸ਼ਰ ਦੇ ਲੋਕਾਂ ਦੇ ਵਿਚਾਲੇ ਵਿਚਾਰਾਂ ਦੇ ਮਤਭੇਦਾਂ ਦਾ ਹੋਣਾ ਹੈ। ਫਿਲਿੱਪੀਆਂ 2:3 ਵਿੱਚ ਅਸੀਂ ਪੜ੍ਹਦੇ ਹਾਂ, ਬੜੀ ਦਿਲਚਸਪ ਗੱਲ ਹੈ ਜਿਹੜੀ ਇਸ ਜਗ੍ਹਾ ਦੇ ਉੱਤੇ ਅਸੀਂ ਪੜ੍ਹਦੇ, ਧੜੇਬਾਜ਼ੀਆਂ ਅਤੇ ਫੋਕੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਸਮਝੋ। ਜੇ ਗੱਲ ਸਾਡੇ ਵਿੱਚ ਆ ਜਾਵੇ, ਜੇ ਗੱਲ ਸਾਡੇ ਵਿੱਚ ਹੋ ਜਾਵੇ ਤਾਂ ਸਾਡੇ ਝੁੰਡ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ, ਸਾਡੇ ਪਰਿਵਾਰਾਂ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੋਵੇਗੀ, ਸਾਡੇ ਸਮਾਜ ਦੇ ਵਿੱਚ ਸਾਡੇ ਪ੍ਰਭੂ ਦੇ ਲਈ ਸਾਡੇ ਜੀਵਨ ਦੇ ਵਿੱਚ ਇਹੋ ਜਿਹੀ ਕੋਈ ਗਵਾਹੀ ਨਹੀਂ ਹੋਵੇਗੀ। ਇਹ ਬਹੁਤ ਹੀ ਚੇਤਾਵਨੀ ਭਰਿਆ ਅਤੇ ਬਹੁਤ ਹੀ ਆਦਰ ਸੂਚਕ, ਬਹੁਤ ਹੀ ਆਗਿਆਕਾਰੀਤਾ ਦਾ ਇਹ ਵਚਨ ਪ੍ਰਭੂ ਨੇ ਆਪਣੇ ਆਤਮਾ ਦੇ ਰਾਹੀਂ ਪੌਲਸ ਰਸੂਲ ਦੇ ਜੀਵਨ ਦੇ ਦੁਆਰਾ ਫਿਲਿੱਪੀਆਂ ਦੀ ਕਲੀਸਿਆ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ। ਬੜਾ ਸੋਚ ਸਮਝ ਕੇ ਲਿਖਿਆ ਹੈ
कि तुसी एक दूजे नालों एक दूसरे ਨੂੰ उत्तम समझो। ਅਸੀਂ ਇੱਥੇ ਪਾਉਂਦੇ ਹਾਂ ਕਿ ਰਸੂਲ ਪੌਲਸ ਈਰਖਾ ਅਤੇ ਝਗੜੇ ਦੀ ਇੱਕੋ ਜੜ ਦੇ ਬਾਰੇ ਦੱਸਦਾ ਹੈ। ਉਹ ਜੜ ਫੋਕਾ ਘਮੰਡ ਜਾਂ ਸਵਾਰਥੀ ਇੱਛਾ ਅਤੇ ਹੰਕਾਰ, ਇਹਨਾਂ ਦੇ ਬਾਰੇ ਉਹ ਚਰਚਾ ਕਰ ਰਿਹਾ ਹੈ। ਰਸੂਲਾਂ ਵਿਚਾਲੇ ਵੀ ਇਹ ਝਗੜਾ ਸੀ, ਜਿਸ ਕਰਕੇ ਪੌਲਸ ਨੂੰ ਇਹ ਲਿਖਣਾ ਪਿਆ। ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੇ ਵਿਚਾਲੇ ਵੀ ਇਹ ਗੱਲ ਸੀ। ਲੂਕਾ 22:22 ਦੇ ਵਿੱਚ ਵੀ ਪੜ੍ਹ ਸਕਦੇ ਹਾਂ। ਇੱਥੋਂ ਤੱਕ ਕਿ ਪ੍ਰਭੂ ਦੀ ਮੌਜੂਦਗੀ ਵਿੱਚ ਰਸੂਲਾਂ ਦੇ ਵਿਚਾਲੇ ਇਸ ਤਰ੍ਹਾਂ ਦਾ ਝਗੜਾ ਹੁੰਦਾ ਸੀ। ਉਹ ਪੁੱਛਦੇ ਸੀ, ਸਾਡੇ ਵਿੱਚੋਂ ਵੱਡਾ ਕੌਣ? ਸਾਡੇ ਵਿੱਚੋਂ ਵੱਡਾ ਕੌਣ? ਜਦੋਂ ਵੱਡੇਪਨ ਦਾ ਗੱਲ ਚੇਤਾ ਆਉਂਦੀ ਹੈ ਤਾਂ ਮੈਨੂੰ ਚੇਤਾ ਆਉਂਦਾ ਅਬਲੀਸ ਦਾ। ਅਬਲੀਸ ਨੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਉੱਚਾ ਹੋਣਾ ਚਾਹਿਆ ਤੇ ਉਹ ਧਰਤੀ ਦੀ ਤਹਿ ਤੱਕ ਸੁੱਟਿਆ ਗਿਆ। ਤਹਿ ਤੱਕ ਸੁੱਟਿਆ ਗਿਆ। ਅਗਰ ਅਸੀਂ ਯਸ਼ਾਇਆ ਦੀ ਪੁਸਤਕ 14 ਅਧਿਆਏ ਪੜ੍ਹੀਏ, ਉਸ ਦੀ 12 ਆਇਤ ਤੋਂ ਲੈ ਕੇ, ਤਾਂ ਸਾਨੂੰ ਪਤਾ ਲੱਗਦਾ ਹੈ ਕਿਸ ਤਰ੍ਹਾਂ ਉਹ ਡਿੱਗਿਆ। ਘਮੰਡ ਅਤੇ ਸਵਾਰਥੀ ਇੱਛਾ ਅਤੇ ਹੰਕਾਰ, ਇਹ ਚੀਜ਼ਾਂ ਉੱਚੇਪਨ ਨੂੰ ਪ੍ਰਗਟ ਕਰਦੀਆਂ। ਇਹ ਗੱਲ ਪ੍ਰਭੂ ਦੇ ਲੋਕਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਸੰਸਾਰ ਦੇ ਵਿੱਚ ਹੈ, ਸੰਸਾਰਿਕਤਾ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ। ਸਾਡੇ ਸਮੇਂ ਵਿੱਚ ਗੁੱਟਬੰਦੀ ਅਤੇ ਝਗੜਾ ਜਿਹੜਾ ਪਰਮੇਸ਼ਰ ਦੇ ਲੋਕਾਂ ਵਿਚਾਲੇ ਆ ਚੁੱਕਾ ਹੈ, ਉਹ ਵੀ ਇਸੇ ਜੜ ਦੀ ਪੈਦਾਇਸ਼ ਹੈ। ਕੋਈ ਵੱਡਾ ਬਣਨਾ ਚਾਹੁੰਦਾ ਹੈ। ਮੈਂ ਇਸ ਦੇ ਵਿੱਚ ਵੀ ਇੱਕ ਵੱਡੀ ਭੇਤ ਦੀ ਗੱਲ ਆਪ ਨੂੰ ਦੱਸਾਂਗਾ। ਕਈ ਵੱਡੇ ਬਣਨਾ ਚਾਹੁੰਦੇ ਆ, ਔਰ ਵੱਡੇ ਹੋਣ ਦੇ ਲਈ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਜਿਹੜਾ ਵੀ ਵੱਡਾ ਬਣਨਾ ਚਾਹੁੰਦਾ ਹੈ, ਧਿਆਨ ਨਾਲ ਸੁਣ, ਜਿਹੜਾ ਵੀ ਵੱਡਾ ਹੋਣਾ ਚਾਹੁੰਦਾ ਹੈ ਉਹ ਹਮੇਸ਼ਾ ਈਰਖਾਲੂ ਹੋਵੇਗਾ। ਉਹ ਹਮੇਸ਼ਾ ਈਰਖਾ ਕਰੇਗਾ। ਹਮੇਸ਼ਾ ਉਸਦੇ ਮਨ ਦੇ ਵਿੱਚ ਜਲਨ ਹੋਵੇਗੀ। ਉਸਦੇ ਚਿਹਰੇ ਤੋਂ, ਉਸਦੀ ਬੋਲਬਾਣੀ ਤੋਂ, ਉਸਦੇ ਹਾਵ ਭਾਵ ਤੋਂ ਪਤਾ ਲੱਗ ਜਾਵੇਗਾ। ਪ੍ਰਭੂ ਇਸ ਗੱਲ ਦੇ ਬਾਰੇ ਆਪਣੇ ਲੋਕਾਂ ਨੂੰ ਚੇਤਾਉਂਦਾ ਹੈ। ਇੱਕ ਮਨ ਹੋਣਾ ਬਹੁਤ ਵੱਡੀ ਗੱਲ ਹੈ। ਇੱਕ ਮਨ ਹੋਣ ਦੇ ਲਈ ਬਹੁਤ ਵੱਡੀ ਗੱਲ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਦੱਸੀ ਹੈ। ਉਸ ਦਾ ਮੈਂ ਅੱਗੇ ਖੁਲਾਸਾ ਕਰਾਂਗਾ। ਉਹ ਕਿਸੇ ਨਾਲ ਵੀ ਈਰਖਾ ਕਰੇਗਾ। ਜਿਹੜਾ ਵੱਡਾ ਹੋਣਾ ਚਾਹੁੰਦਾ ਹੈ, ਕਿਸੇ ਨਾਲ ਵੀ ਈਰਖਾ ਕਰੇਗਾ ਜਿਸ ਨੂੰ ਉਸ ਨਾਲੋਂ ਜ਼ਿਆਦਾ ਆਤਮਿਕ ਜਾਂ ਉਸ ਨਾਲੋਂ ਜ਼ਿਆਦਾ ਕੁਸ਼ਲ ਮੰਨਿਆ ਜਾਵੇ, ਉਹ ਉਸ ਨਾਲ ਈਰਖਾ ਕਰੇਗਾ। ਇਹ ਗੱਲ ਮੈਂ ਵੇਖੀ ਆ। ਇਹ ਕਲੀਸਿਆ ਦੇ ਵਿੱਚ ਅਕਸਰ ਹੁੰਦੀ ਹੈ। ਇਹ ਚੇਲਿਆਂ ਦੇ ਵਿੱਚ ਅਕਸਰ ਹੁੰਦੀ ਹੈ। ਇਹ ਸਮਾਜ ਦੇ ਵੱਡੇ ਅਹੁਦਿਆਂ ਦੇ ਵਿੱਚ ਬਹੁਤ ਵਾਰ ਹੁੰਦੀ ਹੈ। ਇਸ ਕਰਕੇ ਮੈਂ ਪ੍ਰਭੂ ਦੇ ਜੀਵਨ ਦੇ ਵਿੱਚ ਇੱਕੋ ਗੱਲ ਦੇਖੀ, ਪ੍ਰਭੂ ਨੇ ਆਪਣੇ ਆਪ ਨੂੰ ਕਦੇ ਵੀ ਉੱਚਾ ਨਹੀਂ ਕੀਤਾ। ਇਸ ਲਈ ਫਿਲਿੱਪੀਆਂ ਦੇ ਵਿੱਚ ਪੌਲਸ ਰਸੂਲ ਨੇ ਕਿਹਾ, ਜਿਹਨੇ ਆਪਣੇ ਆਪ ਨੂੰ ਸਖੜਾ ਕੀਤਾ, ਜਿਹਨੇ ਆਪਣੇ ਆਪ ਨੂੰ ਨੀਵਾਂ ਕੀਤਾ, ਪ੍ਰਭੂ ਨੇ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭ ਨਾਮਾਂ ਤੋਂ ਉਚੇਰਾ ਹੈ। ਕਿੰਨੀ ਵੱਡੀ ਗੱਲ ਹੈ, ਕਿੰਨੀ ਆਦਰ ਦੀ ਗੱਲ ਹੈ। ਪਰ ਜਿਹੜੇ ਵੱਡਾ ਹੋਣਾ ਚਾਹੁੰਦੇ ਆ, ਆਤਮਿਕ ਰੀਤੀ ਨਾਲ, ਗਿਆਨ ਦੇ ਤਰੀਕੇ ਦੇ ਨਾਲ, ਜਾਂ ਕਾਰਜਾਂ ਦੇ ਤਰੀਕੇ ਦੇ ਨਾਲ, ਜਾਂ ਪੈਸੇ ਦੇ ਤਰੀਕੇ ਦੇ ਨਾਲ, ਮੇਰੇ ਪਿਆਰੇ ਅਜ਼ੀਜ਼, ਉਹਨਾਂ ਦੇ ਵਿੱਚ ਇਹ ਗੱਲ ਜ਼ਰੂਰ ਹੋਵੇਗੀ,
ईर्खा, जलन, और वो जलन कदे भी उन्हां नूं अगे वधण नहीं देवेगी। वो जलन कदे भी उन्हां नूं एक मन नहीं होण देवेगी। वो जलन कदे भी उन्हां दी जिंदगी दे विच उन्नति दा कारण नहीं बनेगी। यहूदी सरदार यसू मसीह तो क्यों जलदे सी? यहूदियों दे विच क्यों उसके प्रति ईर्खा सी? क्योंकि प्रभु यसू मसीह उन्हां लोकां दे विच, समाजां दे विच बहुत नीमा होके काम कर रहा सी अते उहदी उपमा सारे नगरां दे विच फैलदी जा रही सी ते वो जलदे 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 जा रहे सी। ईर्खा मौत नूं साडे विच लैके आ जाती है। इहो जे कारज नूं लैके आ जाती है जिहड़ी साडे आत्मिक स्तर नूं बिल्कुल थल्ले गिरा के रख दिंदी है। जिस तरह इबलीस उच्चे तो थल्ले सुटिया गया। ईर्खा अपने आप नूं किड़ राहीं प्रगट करती है ते किड़ दा अंत हुंदा है झगड़ा। जिथे ईर्खा आ जाती है उत्थे झगड़े भी आ जाते हैं। जिथे झगड़े आ जाते हैं उत्थे फुट आ जाती है। जिथे फुट आ जाती है उत्थे संबंध विछेद हो जाते हैं। प्यारो, ये मेरे अते परमेश्वर दे विचाले नहीं होना चाहिए। ये कलीसिया दे विचकार नहीं होना चाहिए। ये साडे परिवार दे विच नहीं होना चाहिए। जदों ये हुंदा है तां असीं अपने आप दे विच नाश होना शुरू हो जाते। पर जे तुसीं अपने दिल विच तिखी ईर्खा अते धड़ेबाजी करदे हो तां सच्चाई दे विरुद्ध ना घमंड करो ना झूठ मारो। घमंड का मतलब धौण अकड़ा के वो मेरे को आऊगा। झूठ मार के अपने आप नूं उच्चा कर लेना, अपने रुतबे नूं उच्चा कर लेना। परमेश्वर साडे दिलां नूं चाहुंदा है, जानदा है। जे वो उच्चा करे तो उच्चे होवांगे, जे वो उच्चा ना करे तो कदे असी अपने जिद्दां भी असी जिच कर लईए कदे उच्चे नहीं हो सकते, कदे उच्चे नहीं हो सकते। मैं बहुत सारे अजिहे सेवकां नूं जानदा हां ਜਿਹੜੇ छोटी तो छोटी पृष्ठभूमि ਦੇ ਵਿੱਚੋਂ ਨਿਕਲੇ ਤੇ प्रभु ने ਉਹਨਾਂ ਨੂੰ ਕਿੱਦਾਂ ਉੱਚਾ ਕਰਤਾ। ਜਿਵੇਂ ਰਾਜਾ ਦਾਊਦ ਵੀ ਕਹਿੰਦਾ ਹੈ, ਤੈਂ ਮੈਨੂੰ ਕੂੜੇ ਦੇ ਢੇਰ ਤੋਂ ਰਾਜਾ ਬਣਾ ਦਿੱਤਾ, ਰੰਕ ਬਣਾ ਦਿੱਤਾ। ਉਹਦੀ ਮਹਿਮਾ ਕਰਦਾ ਨਹੀਂ ਥੱਕਦਾ, ਉਹਦੀ ਵਡਿਆਈ ਕਰਦਾ ਨਹੀਂ ਥੱਕਦਾ। मैं अपने आप की गल करा, मैं बाकियां दे नाल सांझी कर सकता हाँ। मैं पापी सा, मैं परमेश्वर दे योग नहीं सा। मेरा परमेश्वर दे नाल बैर दा रिश्ता सी। पर जदों मैं परमेश्वर पुत्र प्रभु यसू मसीह नूं स्वीकार कर लिया, उहदे पुत्र दे विच मैं अपने गुनाह नूं मान लिया, उहदे विच मैं मान लिया कि यसू ही प्रभु है। तद मेरा मन परमेश्वर पिता दे नाल यसू मसीह विच एक हो गया। ते उहने मैनू किदां दा दर्जा दे दिता मालूम है? पुत्र दा दर्जा, जिहड़ा मैनू मिल नहीं सी सकदा। जदों मैं मान लिया कि यसू ही प्रभु है, यसू ही मुक्ति दाता है, उहदे विच एक मन होण दे नाल मैनू परमेश्वर दे पुत्र होने का हक मिल गया। कितना वड्डा दर्जा मिल गया। एक मन होने दे नाल परमेश्वर सानू उच्चियां करता है, नीवें कदे नहीं करता। अपने मन विच
ਉੱਚੇ ਉੱਠਣ ਦੇ ਹੰਕਾਰ ਨੂੰ ਲਾ ਸੁੱਟੋ। ਜਦੋਂ ਇਹ ਗੱਲ ਆਵੇ ਉਸੇ ਵੇਲੇ ਪ੍ਰਭੂ ਦੇ ਅੱਗੇ ਚਲੇ ਜਾਓ, ਪ੍ਰਭੂ ਮੈਨੂੰ ਆਪਣੇ ਵਿੱਚ ਨੀਵਾਂ ਬਣਾ। ਤਦ ਪ੍ਰਭੂ ਉੱਚਾ ਕਰੇਗਾ। ਔਰ ਜੇ ਉਹ ਉੱਚਾ ਕਰਦਾ ਹੈ ਤਾਂ ਆਦਰ ਦੇ ਨਾਲ, ਜੇ ਉਹ ਉੱਚਾ ਕਰਦਾ ਹੈ ਸਤਿਕਾਰ ਦੇ ਨਾਲ, ਜੇ ਉਹ ਉੱਚਾ ਕਰਦਾ ਹੈ ਮਹਿਮਾ ਦੇ ਨਾਲ। ਅਸੀਂ ਇਹ ਗੱਲ ਸਿੱਖਦੇ ਹਾਂ। ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰਦੀ ਹੈ, ਸਗੋਂ ਸੰਸਾਰੀ ਅਤੇ ਪ੍ਰਾਣਕ ਅਤੇ ਘਾਤਕ ਅਤੇ ਸ਼ੈਤਾਨੀ ਹੈ, ਜਿਹੜੀ ਉੱਚੇ ਹੋਣ ਦੀ ਗੱਲ ਕਰਦੀ ਹੈ। ਉਹ ਹੋਈ ਹੈ ਇਬਲੀਸ ਦੇ ਨਾਲ, ਹੋਈ ਹੈ ਬੜੇ ਬੜੇ ਲੋਕਾਂ ਦੇ ਵਿੱਚ, ਹੋਈ ਹੈ ਜਿਹੜੇ ਡਿੱਗ ਗਏ। ਰਾਜਾ ਦਾਊਦ ਵੀ ਡਿੱਗ ਗਿਆ, ਹੋਰ ਕਈ ਇਹੋ ਜਿਹੇ ਵਿਅਕਤੀ ਡਿੱਗ ਗਏ ਜਿਨ੍ਹਾਂ ਦੇ ਜੀਵਨ ਨੂੰ ਅਸੀਂ ਜਾਣਦੇ ਹਾਂ। ਪਿਆਰੋ, ਸਾਨੂੰ ਅਜਿਹੀ ਗੱਲ ਦੇ ਉੱਤੇ ਨਹੀਂ ਜਾਣਾ ਹੈ, ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਕਸਮਾਨ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ। ਯਾਕੂਬ ਦੀ ਪੁਸਤਕ 3 ਅਧਿਆਏ 14 ਤੋਂ 16 ਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਕਸਮਾਨ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ। ਗੰਦਾ ਕੰਮ ਹੁੰਦਾ ਹੈ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਪੁਰਦ ਕਰੋ। ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਦੇ ਪੈਰ ਧੋਤੇ, ਭਾਵ ਉਹਨੇ ਸੇਵਾ ਕੀਤੀ, ਸੇਵਾ ਕਰਾਈ ਨਹੀਂ। ਭਾਵ ਆਪਣੇ ਆਪ ਨੂੰ ਨੀਵਾਂ ਕੀਤਾ, ਉੱਚਾ ਨਹੀਂ ਕੀਤਾ। ਉਹਨੇ ਨਮੂਨਾ ਦਿੱਤਾ। ਅੱਜ ਕਈ ਇਹੋ ਜਿਹੇ ਲੋਕ ਅੱਜ ਦੇ ਸਮੇਂ ਦੇ ਵਿੱਚ ਉਹ ਕਹਿੰਦੇ ਆ ਸਾਨੂੰ ਦੱਸੋ, ਸਾਨੂੰ ਆਹ ਗੱਲ ਕਰੋ, ਸਾਨੂੰ ਆਹ ਗੱਲ ਕਰੋ। ਪ੍ਰਭੂ ਇਸ ਤਰ੍ਹਾਂ ਨਹੀਂ ਸੀ ਕਰਦਾ। ਪ੍ਰਭੂ ਹਮੇਸ਼ਾ ਨੀਵਾਂ ਹੋ ਕੇ ਪ੍ਰਭੂ ਤੋਂ ਪੁੱਛਦਾ ਸੀ, ਪਿਤਾ ਮੈਂ ਆ ਕਰਾਂ, ਪਿਤਾ ਮੈਂ ਆ ਕਰਾਂ। ਅੱਜ ਉੱਚਾ ਹੋਣ ਦੇ ਲਈ ਮੇਰੇ ਕੋਲ ਆਵੇ ਤਾਂ ਮੈਂ ਜਾਊਂਗਾ। ਕਲੀਸਿਆਂ ਦੇ ਵਿੱਚ ਇਹ ਗੱਲ ਹੋ ਗਈ ਹੈ, ਪਰਿਵਾਰਾਂ ਦੇ ਵਿੱਚ ਇਹ ਗੱਲ ਹੋ ਗਈ ਹੈ। ਅੱਜ ਪਰਿਵਾਰਾਂ ਦੇ ਵਿੱਚ ਸੰਬੰਧ ਵਿਛੇਦ ਕਿਉਂ ਹੈ? ਉਹਨੇ ਜੀ ਮੈਨੂੰ ਪੁੱਛਿਆ ਨਹੀਂ, ਮੈਂ ਇਸ ਕਰਕੇ ਨਹੀਂ ਆਇਆ। ਕਲੀਸਿਆ ਦੇ ਵਿੱਚ ਇਹ ਗੱਲ ਕਿਉਂ? ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਆਇਆ ਨਹੀਂ। ਇੱਕ ਮਨ ਹੋਣ ਦਾ ਮਤਲਬ ਮੇਰੇ ਨਾਲ ਗੱਲ ਕਰਨੀ, ਆਪਣੇ ਆਪ ਨੂੰ ਨਹੀਂ। ਪਰਮੇਸ਼ਰ ਨੂੰ ਹੋਰ ਉੱਚੇ ਹੋਣ ਦਾ ਦਰਜਾ ਦਿੰਦਾ ਹੈ, ਦਰਜਾ ਦਿੰਦਾ ਹੈ। ਔਰ ਇੱਥੇ ਪ੍ਰਭੂ ਨੇ ਆਪਣੇ ਆਪ ਨੂੰ ਉੱਚੇ ਹੋਣ ਦਾ ਪਹਿਲਾ ਦਰਜਾ ਇਹ ਸਿਖਾਇਆ, ਆਪਣੇ ਆਪ ਨੂੰ ਨੀਵਾਂ ਕਰੋ। ਸੇਵਾ ਕਰਾਓ ਨਾ, ਸੇਵਾ ਕਰੋ। ਦੂਸਰਾ ਦਰਜਾ, ਤਦ ਪਰਮੇਸ਼ਵਰ ਦੇ ਨਾਲ ਤੁਹਾਡਾ ਇੱਕ ਮਨ ਹੈ, ਸੰਗਤ ਦੇ ਨਾਲ ਇੱਕ ਮਨ ਹੈ, ਕਲੀਸਿਆ ਦੇ ਨਾਲ ਇੱਕ ਮਨ ਹੈ, ਪਰਿਵਾਰ ਦੇ ਨਾਲ ਇੱਕ ਮਨ ਹੈ, ਤੁਸੀਂ ਉੱਚੇ ਕੀਤੇ ਜਾਓਗੇ। ਤਦ ਅਸੀਂ ਪ੍ਰਭੂ ਵਿੱਚ ਕਿਵੇਂ ਇੱਕ ਮਨ ਦੇ ਹੋ ਸਕਦੇ ਹਾਂ? ਰਸੂਲ ਸਪਸ਼ਟ ਰੂਪ ਵਿੱਚ ਦੱਸਦਾ ਹੈ ਕਿ ਇਹ ਤਦ ਹੀ ਹੋ ਸਕਦਾ ਹੈ ਜੇ ਸਾਡੇ ਮਨ ਵਿੱਚ ਅਧੀਨਗੀ ਪਾਈ ਜਾਵੇ, ਅਤੇ ਅਧੀਨਗੀ ਪਾਈ ਜਾਂਦੀ ਹੈ ਤਦ ਅਸੀਂ ਇੱਕ ਮਨ ਇੱਕ ਚਿੱਤ ਹੋ ਸਕਦੇ। ਚੇਲੇ ਇੱਕ ਮਨ ਇੱਕ ਚਿੱਤ ਉਦੋਂ ਤੱਕ ਰਹੇ ਜਦੋਂ ਉਹ ਇੱਕ ਦੂਜੇ ਦੇ ਅਧੀਨ ਰਹੇ। ਉਹਨਾਂ ਦੇ ਵਿੱਚ ਕੋਈ ਬੜਪਨ ਨਹੀਂ ਸੀ ਹੁੰਦਾ, ਕੋਈ ਬੜਪਨ ਦੀ ਗੱਲ ਨਹੀਂ ਸੀ ਹੁੰਦੀ। ਇਹ ਕਦੋਂ ਹੋਇਆ ਉਹਨਾਂ ਦੇ ਵਿੱਚ? ਜਦੋਂ ਉਹਨਾਂ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਉਤਰਿਆ ਤੇ ਉਹਨਾਂ ਨੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖਬਰੀ ਨੂੰ ਸੁਣਾਉਣਾ ਸ਼ੁਰੂ ਕਰਤਾ, ਪ੍ਰਚਾਰ ਸ਼ੁਰੂ ਕਰ ਦਿੱਤਾ। ਤਦ ਉਹਨਾਂ ਦੇ ਵਿੱਚ
ਅਧੀਨਗੀ ਦੇ ਨਾਲ ਪਰਮੇਸ਼ਰ ਦਾ ਕੰਮ ਕਾਰਜ ਵੱਧਦਾ ਗਿਆ ਅਤੇ ਪਰਮੇਸ਼ਰ ਦਾ ਆਦਰ ਉਹਨਾਂ ਦੇ ਪ੍ਰਤੀ ਉਮੜਦਾ ਗਿਆ। ਸਾਡੇ ਲਈ ਇਹਦਾ ਵਰਣਨ ਫਿਲਿੱਪੀਆਂ 2:5 ਦੇ ਵਿੱਚ ਪ੍ਰਗਟ ਕੀਤਾ ਗਿਆ ਸਾਫ਼ ਰੀਤੀ ਨਾਲ। ਕੀ ਲਿਖਿਆ? ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ। ਜ਼ਿਆਦਾਤਰ ਲੋਕ ਕੀ ਕਹਿੰਦੇ? ਉਹ ਏਦਾਂ ਹੈ ਜੀ, ਉਹ ਏਦਾਂ ਹੈ ਜੀ, ਉਹ ਏਦਾਂ ਹੈ, ਉਹਨੇ ਏਦਾਂ ਕੀਤਾ ਸੀ, ਉਹਨੇ ਏਦਾਂ ਕੀਤਾ ਸੀ। ਮੈਂ ਕਦੇ ਇਹ ਨਹੀਂ ਕਿਸੇ ਤੋਂ ਸੁਣਦਾ ਪ੍ਰਭੂ ਯਿਸੂ ਮਸੀਹ ਨੇ ਏਦਾਂ ਕੀਤਾ ਸੀ, ਪ੍ਰਭੂ ਯਿਸੂ ਮਸੀਹ। ਅਸੀਂ ਦੂਸਰਿਆਂ ਦੀ ਗੱਲ ਛੇਤੀ ਫੜ ਲੈਂਦੇ ਜਿਹਦੇ ਨਾਲ ਅਸੀਂ ਡਿੱਗ ਜਾਂਦੇ ਹਾਂ। ਅਸੀਂ ਫੋਲੋ ਕਿਹਨੂੰ ਕਰ ਰਹੇ ਹਾਂ? ਮਨੁੱਖ ਨੂੰ। ਜੇ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰੋਗੇ, ਇਹ ਯਿਸੂ ਮਸੀਹ ਦੇ ਪਿੱਛੇ, ਪ੍ਰਭੂ ਨੇ ਮਤੀ ਨੂੰ ਕੀ ਕਿਹਾ? ਫੋਲੋ ਮੀ। ਜਦੋਂ ਉਹਦੇ ਪਿੱਛੇ ਤੁਰ ਪਿਆ, ਇੱਕ ਮਨ ਹੋ ਕੇ ਵੱਧ ਗਿਆ, ਅੰਜੀਲ ਦਾ ਲੇਖਕ ਹੋ ਗਿਆ। ਕਿੰਨੀ ਆਦਰ ਦੀ ਗੱਲ ਹੈ। ਪਰਮੇਸ਼ਰ ਮੈਨੂੰ ਅਤੇ ਆਪ ਨੂੰ ਆਦਰਯੋਗ ਬਣਾਉਣਾ ਚਾਹੁੰਦਾ ਹੈ। ਆਦਰਯੋਗ ਭਾਂਡੇ ਬਣਾ ਕੇ ਇਸਤੇਮਾਲ ਕਰਨਾ ਚਾਹੁੰਦਾ ਹੈ। ਉਹ ਤਦੇ ਹੋਵੇਗਾ ਜੇ ਮੈਂ ਇੱਕ ਮਨ ਦੀ ਪਰਿਭਾਸ਼ਾ ਦੇ ਨਾਲ, ਇੱਕ ਮਨ ਦੀ ਅਧੀਨਗੀ ਨਾਲ, ਇੱਕ ਮਨ ਦੀ ਸੇਵਾ ਦੇ ਨਾਲ, ਇੱਕ ਮਨ ਦੇ ਆਦਰ ਦੇ ਨਾਲ ਉਹਦੇ ਵਿੱਚ ਹੋ ਕੇ ਚੱਲਾਂਗਾ ਤਾਂ ਹੋ ਸਕਦਾ ਹੈ। ਪ੍ਰਭੂ ਨੇ ਇਹ ਗੱਲ ਸਾਫ਼ ਰੀਤੀ ਨਾਲ ਕਹੀ, ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ। ਉਹ ਦੀਨ ਮਨ ਦਾ ਸੀ, ਜਿਸ ਨੇ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਨ ਵਿੱਚ ਆਪਣੀ ਸੋਭਾ ਨਾ ਬਣਾਈ। ਧਿਆਨ ਨਾਲ ਸੁਣੋ ਜਿਹੜੀ ਗੱਲ ਮੈਂ ਕਹਿ ਰਿਹਾ। ਜਿਸ ਨੇ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਨ ਵਿੱਚ ਆਪਣੀ ਕੋਈ ਸੇਵਾ ਨਹੀਂ ਬਣਾਈ, ਆਪੇ ਸੇਵਾ ਕਰਾਉਣੀ ਚਾਹੁੰਦਾ ਸੀ ਤੇ ਉਸ ਨੂੰ ਉੱਚਾ ਹੋਇਆ ਸੋਚਦੇ ਮੇਰਾ ਮਨ ਕਦੇ ਥੱਕਦਾ ਨਹੀਂ, ਕਿਉਂਕਿ ਪਰਮੇਸ਼ਰ ਨੇ ਉਹਨੂੰ ਉੱਚਾ ਕੀਤਾ। ਜਿਹਨੇ ਸੇਵਾ ਦੂਸਰਿਆਂ ਦੀ ਕੀਤੀ ਅਤੇ ਦੂਸਰਿਆਂ ਦੀ ਸੇਵਾ ਕਰਨ ਵਿੱਚ ਮਨ ਲਾਇਆ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਪਾਸਟਰਸ, ਬਹੁਤ ਸਾਰੇ ਐਵੈਂਜਲਿਸਟ, ਬਹੁਤ ਸਾਰੇ ਐਲਡਰਸ, ਬਹੁਤ ਸਾਰੇ ਡੀਕਨਸ ਇਹ ਚਾਹੁੰਦੇ ਆ ਸਾਡੀ ਸੇਵਾ ਕਰਨ। ਇਹ ਪ੍ਰਭੂ ਦੇ ਸੁਭਾਅ ਦੀ ਗੱਲ ਨਹੀਂ। ਹਾਂ, ਬਾਈਬਲ ਦੇ ਵਿੱਚ ਲਿਖਿਆ ਕਿ ਉਹ ਆਦਰ ਦੇ ਯੋਗ ਸਮਝੇ ਜਾਣੋ ਤਦ ਜਦੋਂ ਮਸੀਹ ਯਸੂ ਦੇ ਸੁਭਾਅ ਦੇ ਨਾਲ ਸੇਵਾ ਕਰਨਗੇ, ਕਲੀਸਿਆ ਦੀ ਸੇਵਾ ਕਰਨਗੇ, ਕਲੀਸਿਆ ਦੇ ਲਈ ਆਦਰ ਦਾ ਕੰਮ ਕਰਨਗੇ, ਕਲੀਸਿਆ ਦੇ ਲਈ ਆਦਰ ਦੀ ਸੋਚ ਰੱਖਣਗੇ, ਕਲੀਸਿਆ ਨੂੰ ਉੱਚਾ ਕਰਨ ਦੀ ਸੋਚ ਰੱਖਣਗੇ, ਤਾਂ ਪਰਮੇਸ਼ਰ ਅਤੇ ਕਲੀਸਿਆ ਦਾ ਮਨ ਇੱਕ ਹੈ, ਸੇਵਕ ਅਤੇ ਕਲੀਸਿਆ ਦਾ ਮਨ ਇੱਕ ਹੈ। ਇਹ ਹੋ ਸਕਦਾ ਜਦੋਂ ਮਨ ਦੇ ਦੀਨ ਹੋਣਗੇ। ਪਿਆਰ ਸੇਵਾ ਕਰਨ ਵਿੱਚ ਪ੍ਰਸੰਨ ਹੁੰਦਾ ਹੈ, ਕਰਾਉਣ ਵਿੱਚ ਨਹੀਂ। ਯਾਦ ਰੱਖਣਾ ਮੇਰੀ ਗੱਲ। ਪਿਆਰ ਸੇਵਾ ਕਰਨ ਵਿੱਚ ਪ੍ਰਸੰਨ ਹੁੰਦਾ ਹੈ। ਜੇ ਆਪਾਂ ਹਰੇਕ ਜਣਾ ਆਪੇ ਨੂੰ ਭੁੱਲ ਜਾਵੇ, ਆਪਣੇ ਆਪ ਨੂੰ ਭੁੱਲ ਜਾਵੇ ਅਤੇ ਪ੍ਰਭੂ ਦੇ ਵਿੱਚ ਹੋ ਕੇ ਪ੍ਰਭੂ ਦੀ ਸੇਵਾ ਕਰੇ ਤਾਂ ਆਦਰ ਦੇ ਯੋਗ ਹੈ, ਮਹਿਮਾ ਦੇ ਯੋਗ ਹੈ। ਸ਼ੋਭਾ ਕਰਾਉਣੀ ਛੱਡ ਦੇਵੇ ਤਾਂ ਆਪੇ ਸ਼ੋਭਾ ਹੋਵੇਗੀ, ਪਰਮੇਸ਼ਰ ਸੇਵਾ ਕਰੇਗਾ। ਜਦੋਂ ਅਸੀਂ ਆਪਣੇ ਆਪ ਦਾ ਇਨਕਾਰ ਕਰਦੇ ਹਾਂ ਤੇ ਮਸੀਹ ਦੇ ਦੀਨ ਮਨ ਦੇ ਅਨੁਸਾਰ ਦੂਸਰਿਆਂ ਦੀ ਪਿਆਰ ਨਾਲ ਸੇਵਾ ਕਰਨੀ ਭਾਲਦੇ ਹਾਂ, ਜਦ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਪ੍ਰਭੂ ਵਿੱਚ ਮੇਰੇ ਭਾਈ ਅਤੇ ਭੈਣ ਇੱਕ ਮਨ ਹੈ। ਜੇ ਅਸੀਂ ਦੂਸਰਿਆਂ ਦੀ ਸੇਵਾ ਕਰਨ ਵਿੱਚ ਤਿਆਰ ਨਹੀਂ, ਕਰਾਉਣ ਵਿੱਚ, ਤਾਂ ਕਦੇ ਵੀ ਅਸੀਂ ਇੱਕ ਮਨ ਨਹੀਂ। ਮੈਂ ਜ਼ਿਆਦਾਤਰ ਲੋਕਾਂ ਨੂੰ
ਜ਼ਿਆਦਾਤਰ ਸੇਵਕਾਂ ਨੂੰ ਉਹ ਆ ਕਰੀ ਉਹ ਕਰੀ ਉਹ ਕਰੀ ਇਹ ਕਰਦੇ ਵੇਖਿਆ ਹੈ। ਇਸੇ ਕਰਕੇ ਪ੍ਰਭੂ ਨੇ ਕਿਹਾ ਤੁਸੀਂ ਫਰੀਸੀਆਂ ਦੀ ਤਰ੍ਹਾਂ ਨਾ ਬਣੋ। ਖਾਏ ਉਹਨਾਂ ਦੇ ਉੱਤੇ ਜਿਹੜੇ ਆਰਡਰ ਤਾਂ ਕਰਦੇ ਆ ਪਰ ਆਪ ਉਂਗਲ ਦੇ ਨਾਲ ਇੱਕ ਪੋਟਾ ਵੀ ਭਾਰ ਨਹੀਂ ਚੁੱਕਣਾ ਚਾਹੁੰਦੇ। ਮੇਰੇ ਪਿਆਰੇ ਅਜ਼ੀਜ਼, ਪ੍ਰਭੂ ਵਿੱਚ ਇੱਕ ਮਨ ਹੋਣਾ ਹੈ ਤਾਂ ਆਦਰ ਦੇ ਨਾਲ ਇੱਕ ਦੂਜੇ ਦਾ ਸਤਿਕਾਰ ਕਰੋ। ਜੇ ਪ੍ਰਭੂ ਵਿੱਚ ਇੱਕ ਮਨ ਹੋਣਾ ਚਾਹੁੰਦੇ ਹੋ ਤਾਂ ਇੱਕ ਦੂਸਰੇ ਦੀ ਇੱਜ਼ਤ ਕਰੋ। ਜੇ ਪ੍ਰਭੂ ਵਿੱਚ ਉੱਚਾ ਹੋਣਾ ਚਾਹੁੰਦੇ ਹੋ ਤਾਂ ਪ੍ਰਭੂ ਵਿੱਚ ਦੀਨ ਹੋਵੋ। ਜੇ ਪ੍ਰਭੂ ਵਿੱਚ ਇੱਕ ਮਨ ਹੋਣਾ ਚਾਹੁੰਦੇ ਹੋ ਤਾਂ ਪ੍ਰਭੂ ਦੇ ਸਾਹਮਣੇ ਉਹਦੇ ਲੋਕਾਂ ਵਿੱਚ ਉਹਦੀ ਸੇਵਾ ਕਰੋ। ਤਾਂ ਪ੍ਰਭੂ ਆਪਣੇ ਇੱਕ ਮਨ ਦੇ ਹੋਣ ਦੇ ਨਾਲ ਆਪ ਨੂੰ ਆਪਣੀ ਸਵਰਗੀ ਆਸ਼ੀਸ਼ ਦੇ ਨਾਲ ਭੌਤਿਕ ਵਸਤਾਂ ਦੇ ਨਾਲ ਆਪ ਨੂੰ ਉੱਚਾ ਕਰੇਗਾ। ਇਹ ਪਰਮੇਸ਼ਵਰ ਦਾ ਰਾਜ ਹੈ। ਇਸ ਲਈ ਆਪਣੇ ਆਪ ਨੂੰ ਪ੍ਰਭੂ ਵਿੱਚ ਇੱਕ ਮਨ ਹੋਣ ਦੇ ਲਈ ਪ੍ਰਾਰਥਨਾ ਕਰੋ। ਜਿਹੜੇ ਪ੍ਰਭੂ ਵਿੱਚ ਨੇ ਉਹ ਪ੍ਰਭੂ ਦੀ ਸੇਵਾ ਕਰਦਿਆਂ ਹੋਇਆਂ, ਪ੍ਰਭੂ ਦੇ ਵਿੱਚ ਇੱਕ ਦੂਸਰੇ ਦਾ ਆਦਰ ਸਤਿਕਾਰ ਕਰਦਿਆਂ ਹੋਇਆਂ, ਪ੍ਰਭੂ ਦੇ ਵਿੱਚ ਅਧੀਨ ਹੁੰਦਿਆਂ ਹੋਇਆਂ ਉਹਦੇ ਕਾਰਜ ਨੂੰ ਕਰਨ ਤਾਂ ਪਰਮੇਸ਼ਵਰ ਦੇ ਵਿੱਚ ਇੱਕ ਮਨ ਹੋ ਕੇ ਆਦਰ ਦੇ ਨਾਲ ਉਹਦੇ ਕੋਲੋਂ ਬਰਕਤ ਪਾਉਣਗੇ। ਜਿਹੜੇ ਹਜੇ ਤੱਕ ਪ੍ਰਭੂ ਵਿੱਚ ਇੱਕ ਮਨ ਨਹੀਂ, ਉਹ ਆਪਣੇ ਪਾਪਾਂ ਦਾ ਇਕਰਾਰ ਕਰਕੇ ਉਹ ਪ੍ਰਭੂ ਯਿਸੂ ਮਸੀਹ ਨੂੰ ਮੁਕਤੀ ਦਾਤਾ ਮੰਨ ਕੇ ਉਹ ਪ੍ਰਭੂ ਨੂੰ ਯਿਸੂ ਪ੍ਰਭੂ ਕਰਕੇ ਸਵੀਕਾਰ ਕਰਨ ਤਾਂ ਜ਼ਰੂਰ ਪ੍ਰਭੂ ਨਾਲ ਇੱਕ ਮਨ ਹੋ ਕੇ ਉਹਦੇ ਕੋਲੋਂ ਅਨੰਤ ਜੀਵਨ ਦੀ ਬਰਕਤ ਪ੍ਰਾਪਤ ਕਰਨਗੇ। ਪ੍ਰਭੂ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ। ਕੱਲ ਪ੍ਰਭੂ ਨੇ ਹੋਰ ਦਿਨ ਦਿੱਤਾ ਤਾਂ ਉਸ ਦੇ ਵਿੱਚ ਆਪ ਦੇ ਨਾਲ ਫਿਰ ਮੈਂ ਰੂਬਰੂ ਹੋਵਾਂਗਾ।